ਮੂੰਹ ਤੇ ਚਪੇੜ। ਸਰਕਾਰ ਦੀਆਂ ਸਕੀਮਾਂ ਤੇ ਇਸ਼ਤਿਹਾਰਾਂ ਤੇ ਲੱਗੀ ਰੋਕ। 25,000 ਕਰੋੜ ਹੋਰ ਪੈ ਗਿਆ ਬੋਝ। ਪੰਜਾਬ ਦੀ ਰਾਜਨੀਤੀ ਅਤੇ ਵਿੱਤੀ ਗਲਿਆਰਿਆਂ ਵਿੱਚ ਇਸ ਵੇਲੇ ਇੱਕ ਅਜਿਹਾ ਭੂਚਾਲ ਆਇਆ ਹੈ ਜਿਸ ਨੇ ਸਰਕਾਰੀ ਮਹਿਕਮਿਆਂ ਤੋਂ ਲੈ ਕੇ ਆਮ ਜਨਤਾ ਤੱਕ ਸਭ ਦੇ ਹੋਸ਼ ਉਡਾ ਦਿੱਤੇ ਹਨ। ਇੱਕ ਪਾਸੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅੱਖਾਂ ਵਿੱਚ ਆਸ ਦੇ ਅਥਰੂ ਹਨ, ਤਾਂ ਦੂਜੇ ਪਾਸੇ ਸਰਕਾਰ ਦੀਆਂ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਜਿਹਾ ਇਤਿਹਾਸਕ ਅਤੇ ਕਰਾਰਾ ਝਟਕਾ ਦਿੱਤਾ ਹੈ ਜਿਸ ਦੀ ਗੂੰਜ ਹੁਣ ਪੂਰੇ ਦੇਸ਼ ਵਿੱਚ ਸੁਣਾਈ ਦੇ ਰਹੀ ਹੈ। ਇਹ ਮਾਮਲਾ ਹੈ ਕਰੋੜਾਂ ਜਾਂ ਅਰਬਾਂ ਦਾ ਨਹੀਂ, ਸਗੋਂ ਪੂਰੇ 25,000 ਕਰੋੜ ਰੁਪਏ ਦੇ ਡੀਏ ਯਾਨੀ ਮਹਿੰਗਾਈ ਭੱਤੇ ਦੇ ਬਕਾਏ ਦਾ। ਅਦਾਲਤ ਨੇ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਮੁਲਾਜ਼ਮਾਂ ਦਾ ਹੱਕ ਹਰ ਹਾਲ ਵਿੱਚ ਦੇਣਾ ਪਵੇਗਾ, ਉਹ ਵੀ ਸਿਰਫ 15 ਦਿਨਾਂ ਦੇ ਅੰਦਰ। ਅਤੇ ਇਸ ਨਾਲ ਹੀ ਅਦਾਲਤ ਨੇ ਇੱਕ ਅਜਿਹਾ ਹੁਕਮ ਸੁਣਾਇਆ ਹੈ ਜਿਸ ਨੇ ਸਰਕਾਰ ਦੇ ਪ੍ਰਚਾਰ ਤੰਤਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਅਦਾਲਤ ਨੇ ਸਰਕਾਰ ਦੀਆਂ ਵੱਡੀਆਂ ਇਸ਼ਤਿਹਾਰਬਾਜ਼ੀ ਮੁਹਿੰਮਾਂ ਤੇ ਉਦੋਂ ਤੱਕ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜਦੋਂ ਤੱਕ ਮੁਲਾਜ਼ਮਾਂ ਦਾ ਇੱਕ ਪੈਸਾ ਅਦਾ ਨਹੀਂ ਕਰ ਦਿੱਤਾ ਜਾਂਦਾ। ਕੀ ਪੰਜਾਬ ਸਰਕਾਰ ਕੋਲ ਇਹ 25,000 ਕਰੋੜ ਰੁਪਏ ਅਦਾ ਕਰਨ ਦੀ ਸਮਰੱਥਾ ਹੈ? ਸਰਕਾਰੀ ਸਰੋਤਾਂ ਦਾ ਕਹਿਣਾ ਹੈ ਕਿ ਇਹ ਰਕਮ ਇੰਨੀ ਵੱਡੀ ਹੈ ਜਿੰਨੀ ਪੰਜਾਬ ਸਰਕਾਰ 3 ਮਹੀਨਿਆਂ ਵਿੱਚ ਕਮਾਉਂਦੀ ਹੈ। ਅਜਿਹੇ ਵਿੱਚ ਸਰਕਾਰ ਕੋਲ ਸੁਪਰੀਮ ਕੋਰਟ ਜਾਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਦਾ। ਪਰ ਕੀ ਸੁਪਰੀਮ ਕੋਰਟ ਵਿੱਚ ਸਰਕਾਰ ਨੂੰ ਕੋਈ ਰਾਹਤ ਮਿਲੇਗੀ ਜਾਂ ਫਿਰ ਉੱਥੇ ਵੀ ਪੱਛਮੀ ਬੰਗਾਲ ਵਰਗਾ ਹਸ਼ਰ ਹੋਵੇਗਾ ਜਿੱਥੇ ਸੁਪਰੀਮ ਕੋਰਟ ਨੇ ਰਾਜ ਸਰਕਾਰ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ? ਇਸ ਪੂਰੇ ਡਰਾਮੇ, ਕਾਨੂੰਨੀ ਪੇਚੀਦਗੀਆਂ ਅਤੇ ਆਰਥਿਕ ਸੰਕਟ ਦੀ ਇੱਕ ਪਰਤ ਨੂੰ ਵਿਸਥਾਰ ਨਾਲ ਉਧੇੜਦੇ ਹਾਂ। ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸਾਲ 2021 ਤੋਂ, ਜਦੋਂ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਸੀ। ਉਸ ਸਮੇਂ ਤੋਂ ਹੀ ਪੰਜਾਬ ਦੇ ਲਗਭਗ 3.5 ਲੱਖ ਮੌਜੂਦਾ ਕਰਮਚਾਰੀ ਅਤੇ 3 ਲੱਖ ਪੈਨਸ਼ਨਰ ਆਪਣੇ ਵਧੇ ਹੋਏ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੇ ਬਕਾਏ ਦੀ ਵਾਟ ਤੱਕ ਰਹੇ ਸਨ। ਸਰਕਾਰ ਲਗਾਤਾਰ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਇਸ ਬਕਾਏ ਨੂੰ ਲਟਕਾਉਂਦੀ ਆ ਰਹੀ ਸੀ। ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਪਹਿਲਾਂ ਇਹ ਮਾਮਲਾ ਹਾਈ ਕੋਰਟ ਦੇ ਸਿੰਗਲ ਬੈਂਚ ਕੋਲ ਗਿਆ। ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਅਦਾਲਤ ਨੇ ਮਾਰਚ 2026 ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਸੁਣਾਇਆ। ਸਿੰਗਲ ਬੈਂਚ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਹਿੰਗਾਈ ਭੱਤਾ ਕੋਈ ਸਰਕਾਰੀ ਖੈਰਾਤ ਜਾਂ ਰਹਿਮੋ ਕਰਮ ਨਹੀਂ ਹੈ, ਸਗੋਂ ਇਹ ਕਰਮਚਾਰੀਆਂ ਦਾ ਕਾਨੂੰਨੀ ਅਤੇ ਸੰਵਿਧਾਨਿਕ ਹੱਕ ਹੈ। ਅਦਾਲਤ ਨੇ ਲਾਂਬੇ ਹੱਥੀ ਲੈਂਦਿਆਂ ਆਖਿਆ ਕਿ ਇੱਕ ਪਾਸੇ ਆਲ ਇੰਡੀਆ ਸਰਵਿਸਿਜ਼ ਦੇ ਅਧਿਕਾਰੀਆਂ ਜਿਵੇਂ IAS, IPS, IFS ਅਤੇ ਜੁਡੀਸ਼ਰੀ ਦੇ ਅਫਸਰਾਂ ਨੂੰ ਪੂਰਾ ਡੀਏ ਦਿੱਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਰਾਜ ਦੇ ਆਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਹ ਸਿੱਧੇ ਤੌਰ ਤੇ ਵਿਤਕਰਾ ਹੈ। ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ 6% ਤੋਂ 9% ਵਿਆਜ ਦੇ ਨਾਲ ਮੁਲਾਜ਼ਮਾਂ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ। ਪਰ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸ ਫੈਸਲੇ ਨੂੰ ਮੰਨਣ ਦੀ ਬਜਾਏ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਵਿੱਚ ਅਪੀਲ ਦਾਇਰ ਕਰ ਦਿੱਤੀ। ਸਰਕਾਰ ਦੀ ਦਲੀਲ ਸੀ ਕਿ ਸਿੰਗਲ ਬੈਂਚ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲਾ ਦਿੱਤਾ ਹੈ ਅਤੇ ਜੇਕਰ ਇਹ ਹੁਕਮ ਲਾਗੂ ਕੀਤਾ ਗਿਆ ਤਾਂ ਰਾਜ ਤੇ ਅਜਿਹਾ ਵਿੱਤੀ ਬੋਝ ਪਵੇਗਾ ਜਿਸ ਨੂੰ ਚੁੱਕਣਾ ਅਸੰਭਵ ਹੈ। ਸੁਣਵਾਈ ਦੌਰਾਨ ਸਰਕਾਰ ਨੇ ਬਕਾਏ ਦੀ ਰਕਮ ਲਗਭਗ 14,000 ਕਰੋੜ ਦੱਸੀ, ਪਰ ਅੰਦਰੂਨੀ ਸਰੋਤਾਂ ਅਨੁਸਾਰ ਇਹ ਬੋਝ 25,000 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਹੁਣ ਆਉਂਦਾ ਹੈ ਸਭ ਤੋਂ ਵੱਡਾ ਮੋੜ। 3 ਅਗਸਤ 2026 ਨੂੰ ਐਕਟਿੰਗ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਰਕਾਰ ਦੀਆਂ ਸਾਰੀਆਂ ਅਪੀਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਬੈਂਚ ਨੇ ਨਾ ਸਿਰਫ ਸਿੰਗਲ ਬੈਂਚ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਸਗੋਂ ਸਰਕਾਰ ਨੂੰ ਮਹਿਜ਼ 15 ਦਿਨਾਂ ਦੇ ਅੰਦਰ ਬਕਾਇਆ ਰਕਮ ਜਾਰੀ ਕਰਨ ਦਾ ਸਖਤ ਹੁਕਮ ਸੁਣਾ ਦਿੱਤਾ। ਅਦਾਲਤ ਨੇ ਸਤਿਆਰਬੇ ਖਜ਼ਾਨਾ ਖਾਲੀ ਹੈ ਵਾਲੇ ਬਹਾਨੇ ਦੀਆਂ ਤੱਜੀਆਂ ਉਡਾ ਦਿੱਤੀਆਂ। ਹਾਈ ਕੋਰਟ ਨੇ ਬਹੁਤ ਹੀ ਤਲਖ ਟਿੱਪਣੀ ਕਰਦਿਆਂ ਯਾਦ ਕਰਵਾਇਆ ਕਿ ਪਿਛਲੇ 8 ਸਾਲਾਂ ਵਿੱਚ ਸਰਕਾਰ ਨੇ ਸਿਰਫ ਆਪਣੇ ਪ੍ਰਚਾਰ ਅਤੇ ਇਸ਼ਤਿਹਾਰਾਂ ਤੇ 1500 ਕਰੋੜ ਰੁਪਏ ਤੋਂ ਵੱਧ ਫੂਕ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਇਸ਼ਤਿਹਾਰਬਾਜ਼ੀ ਲਈ ਅਰਬਾਂ ਰੁਪਏ ਹਨ ਤਾਂ ਆਪਣੇ ਮੁਲਾਜ਼ਮਾਂ ਦੇ ਹੱਕ ਦੇਣ ਲਈ ਪੈਸੇ ਕਿਉਂ ਨਹੀਂ ਹਨ। ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਮੁਲਾਜ਼ਮਾਂ ਦੇ ਕਾਨੂੰਨੀ ਬਕਾਏ ਅਦਾ ਨਹੀਂ ਹੁੰਦੇ, ਉਦੋਂ ਤੱਕ ਰਾਜ ਵਿੱਚ ਕੋਈ ਵੀ ਵੱਡੀ ਇਸ਼ਤਿਹਾਰਬਾਜ਼ੀ ਮੁਹਿੰਮ ਜਾਂ ਅਣਕਿਆਸਿਆ ਖਰਚਾ ਨਹੀਂ ਕੀਤਾ ਜਾ ਸਕਦਾ।
ਇਸ ਫੈਸਲੇ ਨੇ ਸਰਕਾਰ ਦੇ ਵਿੱਤੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਪਾਸੇ ਸਰਕਾਰ ਆਪਣੀ ਮੁੱਖ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਲਗਭਗ 3000 ਕਰੋੜ ਰੁਪਏ ਖਰਚ ਕਰ ਚੁੱਕੀ ਹੈ, ਜਿਸ ਨਾਲ ਖਜ਼ਾਨੇ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਦਬਾਅ ਹੈ। ਦੂਜੇ ਪਾਸੇ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ। ਸਰਕਾਰੀ ਸਰੋਤਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨਾ ਅਸੰਭਵ ਹੈ, ਕਿਉਂਕਿ 25000 ਕਰੋੜ ਰੁਪਏ ਰਾਜ ਦੀ 3 ਮਹੀਨਿਆਂ ਦੀ ਕੁੱਲ ਕਮਾਈ ਦੇ ਬਰਾਬਰ ਹਨ। ਅਜਿਹੇ ਵਿੱਚ ਸਰਕਾਰ ਕੋਲ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਿਟੀਸ਼ਨ ਦਾਇਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਹਾਲਾਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਦਾਲਤ ਦੇ ਪੂਰੇ ਹੁਕਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਕੋਈ ਅਗਲਾ ਕਦਮ ਚੁੱਕਿਆ ਜਾਵੇਗਾ। ਡੀਏ ਤੇ ਏਰੀਅਰ ਇਸ ਮਹੀਨੇ ਦੇ ਐਂਡ ਤੱਕ ਰਿਲੀਜ਼ ਕਰਨਾ ਹੈ ਤੇ ਟਿਲ ਦੈਟ no expenditure will be done on the advertisement and other expenditures. ਸਰ ਅਦਰਸ ਐਕਸਪੈਂਡੀਚਰ ਦੀ ਜੇਕਰ ਗੱਲ ਕੀਤੀ ਜਾਵੇ ਉਹ ਕਿੱਦਾਂ ਦੇ ਐਕਸਪੈਂਡੀਚਰਸ ਜਿਹੜੀ ਗੱਲ ਜਿਸ ਤਰ੍ਹਾਂ ਕਿ ਇਸ਼ਤਿਹਾਰ ਨੇ, ਸਕੀਮਾਂ ਨੇ, ਕੋਈ ਲਾਡਲੀ ਸਕੀਮ ਹੈ ਜਾਂ ਕੋਈ ਵੀ ਸਕੀਮ ਦੇ ਪੈਸੇ ਨੇ ਜੋ ਵੀ ਇਹ ਖਰਚ ਕਰ ਰਹੇ ਨੇ ਉਹਨਾਂ ਤੇ ਸਾਰੇ ਤੇ ਰੋਕ ਲਾ ਦਿੱਤੀ ਗਈ ਹੈ। ਮਤਲਬ ਕੋਈ ਖਰਚਾ ਨਹੀਂ ਕਰ ਸਕਦੀ, ਕੋਈ ਖਰਚਾ ਨਹੀਂ ਕਰ ਸਕਦੀ। ਸਰ ਇਸ ਤੋਂ ਇਲਾਵਾ ਬਾਰ-ਬਾਰ ਬਹੁਤ ਜਿਹੜਾ ਫ੍ਰੀਬੀਜ਼ ਤੇ ਵੀ ਸਵਾਲ ਚੁੱਕੇ ਗਏ ਨੇ ਕਿ ਫ੍ਰੀਬੀਜ਼ ਜਿਹੜੀ ਉਹ ਦਿੱਤੀਆਂ ਜਾ ਰਹੀਆਂ ਨੇ ਕਿ ਹੁਣ ਜਿਹੜੀ ਸਕੀਮਸ ਬਾਕੀ ਜਾ ਰਹੀਆਂ ਮਾਵਾਂ ਧੀਆਂ ਯੋਜਨਾ ਜਾਂ ਹੋਰ ਜਿਹੜੀ ਸਬਸਿਡੀ ਜਾ ਰਹੀ ਹੈ ਉਹ ਵੀ ਨਹੀਂ ਕਰ ਸਕਦੇ। ਸਾਰੀਆਂ ਸਕੀਮਾਂ ਜਿੰਨਾ ਚਿਕਰ ਇਹ ਪੇਮੈਂਟ ਰਿਲੀਜ਼ ਨਹੀਂ ਕਰ ਦਿੰਦੇ ਡੀਏ ਦੀ ਤੇ ਏਰੀਅਰ ਦੀ, ਜਿਹੜੀ ਕਿ 18 ਤੋਂ 25 ਦਾ ਲੈਟਰ ਕੁਐਸ਼ ਕਰ ਦਿੱਤਾ ਹੈ ਸਿੰਗਲ ਬੈਂਚ ਨੇ, ਉਹਨੂੰ ਕੋਰਟ ਨੇ ਅਪਹੈਲਡ ਕਰ ਦਿੱਤਾ ਹੈ। ਤੇ ਜਿਹੜਾ ਡੀਏ ਦਾ ਫੈਸਲਾ ਹੈ ਕੋਰਟ ਨੇ ਜਿਹੜਾ 60% ਐਟ ਦਾ ਰੇਟ ਆਫ ਸੈਂਟਰਲ ਪੈਟਰਨ ਉਹ ਕੋਰਟ ਨੇ ਇਹਨਾਂ ਸਰਕਾਰ ਨੂੰ ਰਿਲੀਜ਼ ਕਰਨ ਲਈ ਕਿਹਾ ਹੈ ਐਟ ਟਿਲ ਦਾ ਐਂਡ ਆਫ ਦਿਸ ਮੰਥ ਐਂਡ ਚੀਫ ਸੈਕਟਰੀ ਇਜ਼ ਡਾਇਰੈਕਟਡ ਟੂ ਫਾਈਲ ਦੀ ਕੰਪਲਾਇੰਸ ਰਿਪੋਰਟ in the registry of this honorable court, and they cannot spend any money on the schemes advertisement till the realization of this. ਸਰ 6% ਇੰਟਰਸਟ ਦੀ ਵੀ ਗੱਲ ਜਿਹੜੀ ਕੋਰਟ ਨੇ ਕਹੀ ਸੀ। Bilkul. In case of failure of this payment, the state will be liable to pay 6% on the delayed payment of the. ਸਰ ਸਿੰਗਲ ਬੈਂਚ ਦੀ ਜਿਹੜੀ ਜਜਮੈਂਟ ਸੀ ਉਸ ਨੂੰ ਬਿਲਕੁਲ ਸਹੀ ਠਹਿਰਾਇਆ। ਉਹਨੂੰ ਬਿਲਕੁਲ ਸਹੀ ਠਹਿਰਾਇਆ ਹੈ ਤੇ ਉਹਨੂੰ ਅਪਹੈਲਡ ਕਰ ਦਿੱਤਾ ਗਿਆ ਹੈਗਾ ਕੋਰਟ ਨੇ। ਸਰ ਕਿੰਨਾ ਵੱਡਾ ਰਿਲੀਫ ਹੈ ਉਹਨਾਂ ਪੈਨਸ਼ਨਰਸ ਦੇ ਲਈ ਜਿਹੜੇ ਕਿ ਜੌਬ ਦੇ ਵਿੱਚ ਨਹੀਂ ਹੈ ਲੇਕਿਨ ਜਿਹੜੇ ਸਰਕਾਰੀ ਮੁਲਾਜ਼ਮ ਹੁਣ ਕੰਮ ਵੀ ਕਰ ਰਹੇ। ਮੈਮ ਇਹ ਬਹੁਤ ਵੱਡਾ ਰਿਲੀਫ ਹੈ। ਇਹ ਇੱਕ ਮਹਿੰਗਾਈ ਭੱਤਾ ਹੈ, ਡੀਅਰਨੈਸ ਅਲਾਊਂਸ ਹੈ, ਜਿਹਦੇ ਨਾਲ ਹਰੇਕ ਇੱਕ ਪੀਐਨ ਤੋਂ ਲੈ ਕੇ ਆਈਐਸ ਆਫੀਸਰ ਤੱਕ ਸਫਰ ਕਰ ਰਹੇ ਨੇ। ਉਹਨਾਂ ਦੀ ਤਨਖਾਹ ਦੇ ਵਿੱਚ ਪੇ ਦੇ ਵਿੱਚ ਅਪਰੋਕਸੀਮੇਟਲੀ 10000 ਤੋਂ 15000 ਦਾ ਇਜ਼ਾਫਾ ਹਰ ਮਹੀਨੇ ਦਾ ਹੋਣਾ। ਸਰ ਬਕਾਇਆ ਕਿੰਨਾ ਸੀਗਾ ਜੇ ਅਸੀਂ ਲਗਭਗ ਗੱਲ ਕਰੀਏ? ਮੈਮ ਐਜ਼ ਪਰ ਸਟੇਟ ਇਟ ਇਜ਼ ਅਬਾਊਟ 14000 ਕਰੋੜ, ਜਿਹੜਾ ਕਿ ਹੁਣ ਮਿਲੇਗਾ, ਜਿਹੜਾ ਕਿ ਹੁਣ ਇਹਨਾਂ ਨੇ ਰਿਲੀਜ਼ ਕਰਨਾ ਹੈ ਟਿਲ ਦਾ ਐਂਡ ਆਫ ਦਿਸ ਮੰਥ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੀ ਦਾਲ ਗਲੇਗੀ? ਜੇਕਰ ਅਸੀਂ ਸੁਪਰੀਮ ਕੋਰਟ ਦੇ ਹਾਲੀਆ ਰੁਖ ਨੂੰ ਦੇਖੀਏ ਤਾਂ ਸਰਕਾਰ ਲਈ ਰਾਹਤ ਮਿਲਣੀ ਬਹੁਤ ਔਖੀ ਜਾਪਦੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਪੱਛਮੀ ਬੰਗਾਲ ਦਾ ਮਾਮਲਾ ਹੈ। 5 ਫਰਵਰੀ 2026 ਨੂੰ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਪੱਛਮੀ ਬੰਗਾਲ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ 20 ਲੱਖ ਕਰਮਚਾਰੀਆਂ ਦਾ 2008 ਤੋਂ 2019 ਤੱਕ ਦਾ ਡੀਏ ਬਕਾਇਆ ਅਦਾ ਕਰੇ। ਸੁਪਰੀਮ ਕੋਰਟ ਨੇ ਮਾਰਚ 2026 ਤੱਕ ਘੱਟੋ-ਘੱਟ 25% ਬਕਾਇਆ ਤੁਰੰਤ ਦੇਣ ਲਈ ਕਿਹਾ ਸੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਸਪਸ਼ਟ ਕੀਤਾ ਸੀ ਕਿ ਡੀਏ ਇੱਕ ਸਟੈਚੂਟਰੀ ਰਾਈਟ ਹੈ, ਕੋਈ ਰਿਹਾਇਸ਼ੀ ਲਾਭ ਨਹੀਂ, ਅਤੇ ਵਿੱਤੀ ਤੰਗੀ ਦਾ ਬਹਾਨਾ ਬਣਾ ਕੇ ਕਰਮਚਾਰੀਆਂ ਦਾ ਹੱਕ ਨਹੀਂ ਮਾਰਿਆ ਜਾ ਸਕਦਾ। ਪੰਜਾਬ ਦੇ ਕੇਸ ਵਿੱਚ ਵੀ ਸੁਪਰੀਮ ਕੋਰਟ ਦਾ ਉਹੀ ਰੁਖ ਰਹਿਣ ਦੀ ਪੂਰੀ ਸੰਭਾਵਨਾ ਹੈ। ਹਾਈ ਕੋਰਟ ਦਾ ਫੈਸਲਾ ਕੋਈ ਮਾਮੂਲੀ ਫੈਸਲਾ ਨਹੀਂ ਹੈ। ਇਹ ਪੰਜਾਬ ਦੇ 6.5 ਲੱਖ ਪਰਿਵਾਰਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਵਿਰੋਧੀ ਧਿਰਾਂ ਇਸ ਨੂੰ ਮੁਲਾਜ਼ਮਾਂ ਦੀ ਬਹੁਤ ਵੱਡੀ ਜਿੱਤ ਦੱਸ ਰਹੀਆਂ ਹਨ, ਜਦਕਿ ਸਰਕਾਰ ਲਈ ਇਹ ਆਰਥਿਕ ਅਤੇ ਰਾਜਨੀਤਿਕ ਦੋਵਾਂ ਮੋਰਚਿਆਂ ਤੇ ਇੱਕ ਵੱਡਾ ਸੰਕਟ ਬਣ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਸਰਕਾਰ 15 ਦਿਨਾਂ ਦੇ ਅੰਦਰ ਇਹ ਬਕਾਇਆ ਅਦਾ ਕਰਦੀ ਹੈ ਜਾਂ ਫਿਰ ਸੁਪਰੀਮ ਕੋਰਟ ਜਾ ਕੇ ਸਮਾਂ ਵਿਹਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਇੱਕ ਗੱਲ ਸਾਫ਼ ਹੈ, ਅਦਾਲਤ ਦੇ ਇਸ ਹੁਕਮ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰ ਕੇ ਪ੍ਰਚਾਰ ਦੇ ਟੋਲ ਵਜਾਉਣਾ ਹੁਣ ਆਸਾਨ ਨਹੀਂ ਹੋਵੇਗਾ।